फ्रेंड्स, सत श्री अकाल। अज आपां मिति 26/10/2020 ਦੀ ਪੈਚ ਸ਼ੀਟ 49 ਕਰਨ ਜਾ ਰਹੇ ਹਾਂ। ਉਮੀਦ ਹੈ ਕਿ ਤੁਸੀਂ ਮੇਰੇ ਨਾਲ ਇਸ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹੋਗੇ। ਤਾਂ ਦੇਖੋ, ਆਪਣਾ ਪਹਿਲਾ ਵਿਸ਼ਾ ਪੰਜਾਬੀ। ਸਮੇਂ ਨੂੰ ਵਿਅਰਥ ਗਵਾਉਣਾ ਚੰਗੀ ਗੱਲ ਨਹੀਂ ਹੈ। ਕਈ ਲੋਕਾਂ ਵੱਲੋਂ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ 'ਤੇ ਕਈ ਦਿਨ ਲਾਊਡ ਸਪੀਕਰ ਲਗਾ ਕੇ ਆਪਣੇ ਸਮੇਂ ਅਤੇ ਧਨ ਦੀ ਬਰਬਾਦੀ ਕੀਤੀ ਜਾਂਦੀ ਹੈ। ਵੱਡੇ ਲੋਕ ਹਮੇਸ਼ਾ ਸਮੇਂ ਦੀ ਕਦਰ ਕਰਦੇ ਸਨ, ਇਸ ਕਰਕੇ ਉਹ ਮਹਾਨ ਬਣ ਗਏ। ਅਮਰੀਕਾ, ਜਾਪਾਨ ਵਰਗੇ ਦੇਸ਼ਾਂ ਦੀ ਤਰੱਕੀ ਦਾ ਰਾਜ਼ ਇਹ ਹੈ ਕਿ ਉਹ ਸਾਰੇ ਕੰਮਾਂ ਨੂੰ ਸਮੇਂ ਸਿਰ ਕਰਦੇ ਹਨ। ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਇਸ ਕਰਕੇ ਸਾਨੂੰ ਵੀ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ, ਬਲਕਿ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਤਾਂ ਦੇਖੋ ਫਰੈਂਡਸ, ਇਸ ਪੈਰੇ ਦੇ ਵਿੱਚ ਆਪਾਂ ਨੂੰ ਸਮੇਂ ਦੀ ਕਦਰ ਕਰਨ ਬਾਰੇ ਦੱਸਿਆ ਗਿਆ ਹੈ। ਸਾਨੂੰ ਕਦੇ ਵੀ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਅਤੇ ਸਾਨੂੰ ਆਪਣਾ ਕੰਮ ਸਮੇਂ ਸਿਰ ਕਰਨੇ ਚਾਹੀਦੇ ਹਨ। ਤਾਂ ਦੇਖੋ, ਆਪਣਾ ਪਹਿਲਾ ਪ੍ਰਸ਼ਨ, ਸਾਨੂੰ ਕੀ ਵਿਅਰਥ ਨਹੀਂ ਗਵਾਉਣਾ ਚਾਹੀਦਾ? ਭੋਜਨ, ਸਮਾਂ, ਹਵਾ, ਪਾਣੀ। ਫਰੈਂਡਸ, ਵੈਸੇ ਤਾਂ ਹਵਾ ਨੂੰ ਛੱਡ ਕੇ ਆਪਾਂ ਨੂੰ ਤਿੰਨੋਂ ਚੀਜ਼ਾਂ ਨੂੰ ਕਦੇ ਵੀ ਵਿਅਰਥ ਨਹੀਂ ਗਵਾਉਣਾ ਚਾਹੀਦਾ, ਪਰ ਇਸ ਪੈਰੇ ਦੇ ਮੁਤਾਬਿਕ ਸਾਨੂੰ ਸਮੇਂ ਨੂੰ ਕਦੇ ਵੀ ਵਿਅਰਥ ਨਹੀਂ ਗਵਾਉਣਾ ਚਾਹੀਦਾ। ਤਾਂ ਆਪਣਾ ਦੂਜਾ ਆਪਸ਼ਨ ਸਮਾਂ ਬਿਲਕੁਲ ਸਹੀ ਹੈ। ਅੱਗੇ ਦੇਖੋ, ਪ੍ਰਸ਼ਨ ਨੰਬਰ 2, ਲਾਊਡ ਸਪੀਕਰ ਲਗਾ ਕੇ ਕਿਸ ਦੀ ਬਰਬਾਦੀ ਹੁੰਦੀ ਹੈ? ਹਵਾ ਅਤੇ ਪਾਣੀ ਦੀ, ਸਿਹਤ ਦੀ, ਧਨ ਅਤੇ ਸਮੇਂ ਦੀ। ਫਰੈਂਡਸ, ਆਪਣਾ ਆਪਸ਼ਨ 3 ਧਨ ਅਤੇ ਸਮੇਂ ਦੀ ਬਿਲਕੁਲ ਸਹੀ ਹੈ, ਕਿਉਂਕਿ ਲਾਊਡ ਸਪੀਕਰ ਲਗਾਉਣ ਨਾਲ ਸਾਡੇ ਧਨ ਅਤੇ ਸਮਾਂ ਦੋਵਾਂ ਦੀ ਬਰਬਾਦੀ ਹੁੰਦੀ ਹੈ। ਪ੍ਰਸ਼ਨ 3, ਸਮਾਂ ਕਿਸੇ ਦਾ ਧਿਆਨ ਨਹੀਂ ਕਰਦਾ, ਭਰੋਸਾ ਨਹੀਂ ਕਰਦਾ, ਨੁਕਸਾਨ ਨਹੀਂ ਕਰਦਾ, ਇੰਤਜ਼ਾਰ ਨਹੀਂ ਕਰਦਾ। ਫਰੈਂਡਸ, ਆਪਣਾ ਆਪਸ਼ਨ 4 ਇੰਤਜ਼ਾਰ ਬਿਲਕੁਲ ਸਹੀ ਹੈ, ਕਿਉਂਕਿ ਸਮਾਂ ਕਿਸੇ ਦਾ ਵੀ ਇੰਤਜ਼ਾਰ ਨਹੀਂ ਕਰਦਾ। ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ, ਤਾਂ ਆਪਾਂ ਨੂੰ ਸਮੇਂ ਸਿਰ ਆਪਣੇ ਕੰਮ ਕਰਨੇ ਚਾਹੀਦੇ ਹਨ। ਪ੍ਰਸ਼ਨ 4, ਜਿਵੇਂ ਲੋਕ ਦਾ ਲੋਕਾਂ, ਉਸ ਤਰ੍ਹਾਂ ਆਦਤ ਦਾ ਕੀ ਹੋਵੇਗਾ? ਆਦਤਾਂ, ਆਦਤੇ, ਆਦਤਾਂ, ਆਦਤਾਵਾਂ। ਫਰੈਂਡਸ, ਆਪਣਾ ਆਪਸ਼ਨ 1 ਆਦਤਾਂ ਹੀ ਬਿਲਕੁਲ ਸਹੀ ਹੈ। ਪ੍ਰਸ਼ਨ 5, ਸਹੀ ਵਾਕ ਦੀ ਚੋਣ ਕਰੋ। ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਇੰਤਜ਼ਾਰ ਨਹੀਂ ਕਰਦਾ ਸਮਾਂ ਕਿਸੇ ਦਾ, ਨਹੀਂ ਕਰਦਾ ਇੰਤਜ਼ਾਰ ਸਮਾਂ ਕਿਸੇ ਦਾ। ਫਰੈਂਡਸ, ਆਪਣਾ ਆਪਸ਼ਨ 2 ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਬਿਲਕੁਲ ਸਹੀ ਹੈ। ਅੱਗੇ ਦੇਖੋ, ਆਪਣੇ ਸਭ ਦਾ ਮਨਪਸੰਦ ਵਿਸ਼ਾ ਗਣਿਤ। ਸਿਮਰਨ ਦੀ ਲੰਬਾਈ 135 ਸੈਂਟੀਮੀਟਰ, ਅਰੁਣ ਦੀ ਲੰਬਾਈ 128 ਸੈਂਟੀਮੀਟਰ, ਦਮਨ ਦੀ ਲੰਬਾਈ 122 ਸੈਂਟੀਮੀਟਰ, ਕ੍ਰਿਸ਼ਨਾ ਦੀ ਲੰਬਾਈ 142 ਸੈਂਟੀਮੀਟਰ ਹੈ। ਸਭ ਤੋਂ ਵੱਧ ਲੰਬਾਈ ਕਿਸ ਦੀ ਹੈ? ਤਾਂ ਦੇਖੋ ਫਰੈਂਡਸ, ਸਿਮਰਨ ਦੀ 135 ਸੈਂਟੀਮੀਟਰ, ਅਰੁਣ ਦੀ 128, ਦਮਨ ਦੀ 122 ਅਤੇ ਕ੍ਰਿਸ਼ਨਾ ਦੀ 142। ਤਾਂ ਇਹਨਾਂ ਨੇ ਹੁਣ ਆਪਾਂ ਨੂੰ ਇੱਥੇ ਪੁੱਛਿਆ ਹੋਇਆ ਹੈ ਕਿ ਸਭ ਤੋਂ ਵੱਧ ਲੰਬਾਈ ਕਿਸ ਦੀ ਹੈ। ਤਾਂ ਆਪਾਂ ਨੂੰ ਪਤਾ ਹੈ ਕਿ 135, 128, 122 ਅਤੇ 142 ਚੋਂ 142 ਹੀ ਸਭ ਤੋਂ ਵੱਡਾ ਹੈ। ਤਾਂ 142 ਹਾਈਟ ਹੈ ਕ੍ਰਿਸ਼ਨਾ ਦੀ। ਤਾਂ ਇਸ ਹਿਸਾਬ ਨਾਲ ਆਪਣਾ ਆਪਸ਼ਨ ਸੱਸਾ ਕ੍ਰਿਸ਼ਨਾ ਬਿਲਕੁਲ ਸਹੀ ਹੈ। ਅੱਗੇ ਦੇਖੋ, ਪ੍ਰਸ਼ਨ 2, 5 ਡੱਬਿਆਂ ਵਿੱਚ 250 ਕਾਪੀਆਂ ਬਰਾਬਰ ਰੱਖੀਆਂ ਗਈਆਂ ਹਨ। ਹਰੇਕ ਡੱਬੇ ਵਿੱਚ ਕਾਪੀਆਂ ਦੀ ਗਿਣਤੀ ਪਤਾ ਕਰਨ ਲਈ ਗਣਿਤਕ ਕਿਰਿਆ ਦੀ ਪਹਿਚਾਣ ਕਰੋ। ਫਰੈਂਡਸ, ਦੇਖੋ, 5 ਡੱਬਿਆਂ ਵਿੱਚ 250 ਕਾਪੀਆਂ ਆਉਂਦੀਆਂ ਹਨ। ਤਾਂ ਆਪਾਂ ਜੇ ਇੱਕ ਡੱਬੇ ਬਾਰੇ ਪਤਾ ਕਰਨਾ ਹੈ ਤਾਂ ਆਪਾਂ ਨੂੰ 250 ਨੂੰ 5 ਨਾਲ ਭਾਗ ਕਰਨਾ ਪਵੇਗਾ। ਤਾਂ
अपनी ऊड़ा ऑप्शन 250 तो 5 घटा रहे ने, ये बिल्कुल गलत है। अपनी ऐड़ा ऑप्शन विच 250 विच 5 जोड़ रहे ने, ये भी बिल्कुल गलत है। पर अपने ईड़ी ऑप्शन विच 250 ਨੂੰ 5 ਨਾਲ भाग कर रहे हैं, जो कि बिल्कुल सही है। तो अपना ईड़ी ऑप्शन 250 ਨੂੰ 5 ਨਾਲ भाग बिल्कुल सही है। अगे देखो प्रश्न 3, प्रदीप ਨੂੰ ਉਸਦੇ माता जी ने 50 रुपए, देखो फ्रेंड्स इत्थे 2 20 ਦੇ नोट हैं तो एक 10 का नोट है, तो कुल मिला के इत्थे 50 रुपए होए। प्रदीप ਦੇ माता जी ने उसनों 50 रुपए दिते ਅਤੇ पिता जी ने उसनों, देखो फ्रेंड्स इत्थे 50 रुपए के 3 नोट हैं, तो 50 50 ते 50 रल के 150 रुपए बनाते हैं। इस हिसाब से प्रदीप के पिता जी ने उसनों 150 रुपए दिते। दोस्तों उस को किन्ने रुपए हैं? देखो फ्रेंड्स प्रदीप के पापा जी ने उसनों 150 रुपए दिते और माता जी ने 50 रुपए। तो जे आप 150 च 50 जोड़िए तो 200 आता है। तो अपना ईड़ी उत्तर ₹200 बिल्कुल सही है, क्योंकि उन्होंने दोवां दे उसके माता जी और उसके पिता जी के पैसों की संख्या मिला के 200 रुपए बनती है। अगे देखो प्रश्न 4, हेठ दिते चित्र विचों रंगदार गेंदा की बनती पिन चुनो। फ्रेंड्स देखो इत्थे 4 गेंदा हैं ਅਤੇ 4 ਵਿੱਚੋਂ 3 गेंदा रंगिया हुई हैं तो एक गेंद खाली है। तो इत्थे ਜਿਹੜਾ अपना हर हुंदा ਜਿਹੜਾ नीचे वाला हुंदा, इंग्लिश च नीचे वाले नूं डिनोमीनेटर ਅਤੇ उत्ते वाले नूं न्यूमीनेटर कहंदे हुंदे हैं। डिनोमीनेटर ਅਤੇ न्यूमीनेटर, ठीक है। पंजाबी विच इन्हां नूं अंश ते हर कहंदे हैं। तो देखो इत्थे नीचे कुल 4 गेंदा हैं, तो अपना हर जो है नीचे 4 आवेगा ਅਤੇ उसका अंश, देखो इत्थे 4 गेंदा विचों 3 गेंदा रंगिया हुई हैं ਅਤੇ एक गेंद खाली है। तो 4 विचों 1 घटाए 3/4, तो 3/4 अपना ईडी ऑप्शन 3/4 बिल्कुल सही है। अगे देखो प्रश्न 5, दिते हुए चित्र के रंगदार हिस्से की बनती पिन की तुल पिन लिखो। 2/4, 3/4, 3/12, 2/12। देखो फ्रेंड्स इत्थे कुल जे आपां कुल डब्बियां की गिनती देखिए 4 डब्बे हैं, 4 चों 1 रंगिया होया है। तो उंज इसकी पिन बनती है अपने कोल 1/4। पर जे आपां इन्हां दी तुल पिन देखनी है तो जे आपां दोवां नूं 1 नूं भी 2 नाल अते 4 नूं भी 2 नाल गुणा करके देखिए तो अपने लग आंदा है 2/8। तो देखो इत्थे किते 2/8 ऑप्शन है नहीं फ्रेंड्स, इत्थे 2/8 ऑप्शन किते भी नहीं है। तो हुण आपां 1 नूं भी 3 नाल अते 4 नूं भी 3 नाल गुणा करके देखते हाँ। 1 नूं जे 3 नाल गुणा करिए उत्ते 3 आंदा है, अते जे 4 नूं 3 नाल गुणा करिए तो 12 आंदा है। इस हिसाब नाल अपना ईडी ऑप्शन 3/12 बिल्कुल सही है। तो देखो अपने सब्जेक्ट इंग्लिश, plants are very useful to us. We depend on plants to get most of our food. We get food from different part of the plants. Carrot and radish are roots that we eat. Friends इत्थे देखो इत्थे इन्होंने आपां नूं दस्सिया होया है कि पौधे अपने लिए बहुत फायदेमंद हैं। असी अपने ज़्यादातर भोजन ਲਈ पौदिਆਂ ਤੇ ही डिपेंडेड हाँ, पौदिਆਂ ਤੇ ही निर्भर करते हाँ। We get food from different parts of the plants. असी पौधे ਦੇ ਵੱਖ-ਵੱਖ ਹਿੱਸਿਆਂ ਤੋਂ ਖਾਣਾ ਲੈਂਦੇ ਹਾਂ। Carrot and radish are roots that we eat.
कैरेट ते रेडिश, गाजर गाजर ਅਤੇ मूली जड़ां ਹਨ जो कि ਅਸੀਂ ਖਾਂਦੇ ਹਾਂ। जिंजर एंड शुगर केन आर स्टेम्स दैट वी ईट। अदरक ਅਤੇ गन्ना स्टेम ਤਣਾ ਹਨ ਜੋ ਅਸੀਂ ਖਾਂਦੇ ਹਾਂ। स्पिनच एंड मिंट आर लीव्स दैट वी ईट। ਧਨੀਆ ਅਤੇ ਪੁਦੀਨਾ ਪੱਤੇ ਹਨ ਜੋ ਅਸੀਂ ਖਾਂਦੇ ਹਾਂ। ਕੌਲੀਫਲਾਵਰ ਐਂਡ ਬ੍ਰੋਕਲੀ ਆਰ ਫਲਾਵਰਸ ਦੈਟ ਵੀ ਈਟ। ਗੋਭੀ ਅਤੇ ਬ੍ਰੋਕਲੀ ਫੁੱਲ ਹਨ ਜੋ ਅਸੀਂ ਖਾਂਦੇ ਹਾਂ। ਤਾਂ ਦੇਖੋ ਫਰੈਂਡਸ, ਇਸ ਪੈਰੇ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਕਿ ਆਪਣਾ ਜ਼ਿਆਦਾਤਰ ਖਾਣਾ ਪੌਦਿਆਂ ਤੋਂ ਹੀ ਆਉਂਦਾ ਹੈ ਅਤੇ ਸਾਨੂੰ ਫਿਰ ਕਿਹੜੀ ਸਬਜ਼ੀ ਜਾਂ ਫਲ ਪੌਦੇ ਦੇ ਕਿਹੜੇ ਹਿੱਸੇ ਤੋਂ ਆਉਂਦਾ ਹੈ ਉਸ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਤਾਂ ਦੇਖੋ ਕੁਐਸਚਨ ਨੰਬਰ 1, ਫਰੋਮ ਵੇਅਰ ਡੂ ਵੀ ਗੈਟ ਫੂਡ? पेपर, प्लांट्स। फ्रेंड्स, अपना ऑप्शन भी प्लांट्स बिल्कुल सही है क्योंकि ਅਸੀਂ ਆਪਣਾ ਖਾਣਾ प्लांट्स ਤੋਂ ਹੀ ਲੈਂਦੇ ਹਾਂ। स्पिनच एंड आर लीव्स दैट वी ईट। जिंजर, कैरेट, मिंट, ब्रोकली। फ्रेंड्स, जिंजर स्टेम है, कैरेट रूट है ਅਤੇ ब्रोकली फ्लावर है, ਪਰ ਇਹਨਾਂ ਵਿੱਚੋਂ ਮਿੰਟ ਹੀ ਇਕੱਲੀ ਲੀਵ ਹੈ। ਤਾਂ ਆਪਣੇ ਆਪਸ਼ਨ ਸੀ ਮਿੰਟ ਬਿਲਕੁਲ ਸਹੀ ਹੈ। ਅੱਗੇ ਦੇਖੋ ਕੁਐਸਚਨ 3, ਵਾਈ ਆਰ ਪਲਾਂਟਸ ਯੂਜ਼ਫੁਲ ਟੂ ਅਸ? ਦੇ ਗਿਵਸ ਅਸ ਫੂਡ, ਦੇ ਗਿਵਸ ਅਸ ਸ਼ੇਡ, ਦੇ ਕੀਪ ਏਅਰ ਫਰੈਸ਼, ਆਲ ਆਫ ਦੇ ਅਬਵ। फ्रेंड्स, अपना ऑप्शन डी ऑल ऑफ दी अबव बिल्कुल सही है क्योंकि पौधे सानू खाना भी दिंदे हन, छां भी दिंदे हन, अपनी हवा नू तरोताज़ा भी रखते हैं। तो अपना ऑप्शन डी ऑल ऑफ दीज बिल्कुल सही है। अगे देखो क्वेश्चन 4, फाइंड द इनकरेक्ट सेंटेंस। कैरेट एंड रेडिश आर रूट्स। फ्रेंड्स, बिल्कुल सही है। स्पिनच एंड मिंट आर लीव्स। फ्रेंड्स, ये भी बिल्कुल सही है। कॉलीफ्लावर एंड रेडिश आर फ्लावर्स। फ्रेंड्स, देखो अपनी ऑप्शन सी इत्थे गलत है क्योंकि इत्थे इन्होंने गोभी और मूली बारे दिता होया है। चल, गोभी तो फुल है पर जो मूली है वो फुल नहीं है, मूली एक जड़ है। तो अपना ऑप्शन सी जो है वो राइट आंसर है। आगे देखो क्वेश्चन 5, एज हॉट टू कोल्ड सेम इज टू। जिमें गरम दा ठंडा विरोधी हुंदा है, सेम इक्को जिहे दा विरोधी होवेगा डाउन, आउट, स्मॉल, डिफरेंट। फ्रेंड्स, अपना ऑप्शन डी डिफरेंट बिल्कुल सही है क्योंकि इक्को ਜਿਹੇ ਦਾ विरोधी अलग अलग ही होंगे। आगे देखिए विषय हिंदी। ईश्वर ने हम पर बहुत उपकार किए हैं, हम इन उपकारों का बदला नहीं दे सकते। उसने हमें ना जाने कितने ही उपहार दिए हैं, सांस लेने के लिए हवा, पीने के लिए पानी, खाने के लिए फल आदि। हमें उसी ईश्वर ने दिए हैं। उसी ईश्वर ने हमें पशु पक्षियों के रूप में मित्रों का उपहार भी दिया है क्योंकि कुछ पशु पक्षियों के बिना तो हमारा काम ही नहीं चल सकता। जैसे हमें दूध गाय, भैंस, बकरी जैसे पशुओं से मिलता है। ऊंट व घोड़ों व ऊंटों पर हम बैठ कर यात्रा करते हैं। रेगिस्तान में यदि ऊंट ना हो तो वहाँ भी आना जाना संभव नहीं है, इसलिए ऊंट को रेगिस्तान का जहाज भी कहा जाता है। फ्रेंड्स, इत्थे आपां नूं कुदरत अते पशु पक्षियां दी महत्ता दसी गई है। तो देखो प्रश्न 1, ईश्वर ने हमें क्या उपहार दिया है? हवा, पानी, फल, उपरोक्त सभी। फ्रेंड्स, हमारा ऑप्शन 4 उपरोक्त सभी बिल्कुल सही है।
प्रश्न 2, दूध हमें कौन से पशु से नहीं मिलता? गाय, भैंस, गाय, बकरी, भैंस, घोड़ा। फ्रेंड्स, हमें गाय, बकरी और भैंस तीनों से दूध मिलता है, परंतु हमें घोड़े से दूध नहीं मिलता। तो हमारा ऑप्शन 4 घोड़ा बिल्कुल सही है। आगे देखिए प्रश्न 3, रेगिस्तान का जहाज किस जानवर को कहते हैं? ऊंट। फ्रेंड्स, हमारा ऑप्शन 1 ऊंट ही बिल्कुल सही है, क्योंकि रेगिस्तान का जहाज ऊंट को ही कहते हैं। प्रश्न 4, मित्र का समानार्थक वाला शब्द बताएं। सहेली, दोस्त। फ्रेंड्स, हमारा ऑप्शन 2 दोस्त बिल्कुल सही है। प्रश्न 5, जैसे बकरा का बकरी है, उसी तरह घोड़ा का क्या होगा? घोड़े, घोड़ों, घोड़ी, घोड़ी। फ्रेंड्स, हमारा ऑप्शन 3 घोड़ी बिल्कुल सही है, क्योंकि घोड़ा का घोड़ी ही होता है, पर यहाँ पर घोड़ी बन रहा है, पर हमारा थर्ड ऑप्शन घोड़ी बिल्कुल सही है। तो आगे देखो विषय वातावरण सिक्ख्या। प्रश्न 1, हेठ लिखिਆਂ ਵਿੱਚੋਂ ਕਿਹੜਾ ਜੋੜਾ गलत है? बाजरा, अनाज, अमरूद, फल, दालचीनी, मसाला, सूरजमुखी, सब्जी। फ्रेंड्स, अपना ऑप्शन 4 सूरजमुखी सब्जी बिल्कुल सही है, क्योंकि बाजरा एक अनाज है, अमरूद फल है, दालचीनी मसाला है, पर सूरजमुखी सब्जी नहीं फुल है। प्रश्न 2, कई ਵੱਡੇ ਸ਼ਹਿਰਾਂ ਵਿੱਚ ਰਹਿਣ ਬਸੇਰੇ ਬਣਾਏ ਹੋਏ ਹੁੰਦੇ ਹਨ। ਇਹਨਾਂ ਵਿੱਚ ਅਮੀਰ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਬੇਘਰੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਫਰੈਂਡਸ, ਆਪਣਾ ਆਪਸ਼ਨ 2 ਬੇਘਰੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਬਿਲਕੁਲ ਸਹੀ ਹੈ, ਕਿਉਂਕਿ ਰਹਿਣ ਬਸੇਰਿਆਂ ਵਿੱਚ ਕੋਈ ਵੀ ਲੋਕ ਆ ਕੇ ਠਹਿਰ ਸਕਦੇ ਹਨ। ਅਮੀਰ, ਪੜ੍ਹੇ ਲਿਖੇ, ਬਜ਼ੁਰਗ ਜਾਂ ਬੇਘਰੇ ਕੋਈ ਵੀ ਠਹਿਰ ਸਕਦੇ ਹਨ। प्रश्न 3, उपजाऊ मिट्टी संबंधी केड़ा कथन ठीक है? उपजाऊ मिट्टी विच पौधे नहीं उग सकते, उपजाऊ मिट्टी विच बीज जल्दी उग जाते हैं। फ्रेंड्स, अपना ऑप्शन 2 उपजाऊ मिट्टी विच बीज जल्दी उग जाते हैं बिल्कुल सही है। प्रश्न 4, हेठ लिखिਆਂ ਵਿੱਚੋਂ ਕਿਹੜੀ ਖੇਡ ਮਨੋਰੰਜਨ ਦੇ ਨਾਲ ਸਵੈ ਰੱਖਿਆ ਦੇ ਪੱਖ ਤੋਂ ਵੀ ਬਹੁਤ ਲਾਹੇਵੰਦ ਹੈ? ਕਰਾਟੇ, ਬੈਡਮਿੰਟਨ, ਹਾਕੀ ਤੇ ਸ਼ਤਰੰਜ। ਫਰੈਂਡਸ, ਆਪਣਾ ਆਪਸ਼ਨ 1 ਕਰਾਟੇ ਬਿਲਕੁਲ ਸਹੀ ਹੈ, ਕਿਉਂਕਿ ਜੇ ਆਪਾਂ ਨੂੰ ਕੋਈ ਤੰਗ ਕਰਦਾ ਹੈ, ਆਪਾਂ ਨੂੰ ਕੋਈ ਬੇਮਤਲਬ ਤੰਗ ਕਰਦਾ ਹੈ, ਤਾਂ ਆਪਾਂ ਉੱਥੇ ਕਰਾਟੇ ਕਰਕੇ ਆਪਣੀ ਸਵੈ ਰੱਖਿਆ ਕਰ ਸਕਦੇ ਹਾਂ। ਅੱਗੇ ਦੇਖੋ ਪ੍ਰਸ਼ਨ 5, ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ, ਜੰਗਲਾਂ 'ਤੇ ਹੀ ਉਹਨਾਂ ਦਾ ਜੀਵਨ ਨਿਰਭਰ ਕਰਦਾ ਹੈ। ਉਹਨਾਂ ਦੇ ਭੋਜਨ ਵਿੱਚ ਕੀ ਕੁਝ ਹੁੰਦਾ ਹੈ? ਦੁੱਧ ਅਤੇ ਫਾਸਟ ਫੂਡ, ਬ੍ਰੈਡ ਅਤੇ ਮੱਖਣ, ਬਿਸਕਿਟ ਅਤੇ ਬ੍ਰੈਡ, ਜੰਗਲੀ ਫਲ ਪੱਤੇ ਅਤੇ ਜੰਗਲੀ ਜਾਨਵਰ। ਫਰੈਂਡਸ, ਆਪਣਾ ਆਪਸ਼ਨ 4 ਜੰਗਲੀ ਫਲ ਪੱਤੇ ਅਤੇ ਜੰਗਲੀ ਜਾਨਵਰ ਬਿਲਕੁਲ ਸਹੀ ਹੈ, ਕਿਉਂਕਿ ਉਹਨਾਂ ਕੋਲ ਆਦੀਵਾਸੀ ਲੋਕਾਂ ਕੋਲ ਦੁੱਧ ਅਤੇ ਫਾਸਟ ਫੂਡ, ਬਿਸਕਿਟ, ਬ੍ਰੈਡ ਕੁਝ ਵੀ ਨਹੀਂ ਹੁੰਦਾ। ਉਹ ਸਿਰਫ ਜੰਗਲੀ ਫਲ ਅਤੇ ਪੱਤੇ ਅਤੇ ਜੰਗਲੀ ਜਾਨਵਰ ਖਾ ਕੇ ਹੀ ਆਪਣਾ ਗੁਜ਼ਾਰਾ ਕਰਦੇ ਹਨ। ਤਾਂ ਫਰੈਂਡਸ, ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਆ ਹੋਊਗਾ। ਤੁਸੀਂ ਆਪਣੇ ਵੱਲੋਂ ਪ੍ਰਸ਼ਨ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰਨੀ ਅਤੇ ਆਪਾਂ ਇਸ ਪ੍ਰੀਖਿਆ ਵਿੱਚ ਸੋਹਣੇ ਤੋਂ ਸੋਹਣੇ ਨੰਬਰ ਲੈਣੇ ਹਨ। ਠੀਕ ਆ ਫਰੈਂਡਸ, ਓਕੇ ਬਾਏ, ਹੈਵ ਅ ਨਾਈਸ ਡੇ।